Hello, dear students. Welcome to your own English learning channel, True Stone English Guru. सो आज ही जी वीडियो बहुत ज़्यादा डिफरेंट है तो बड़ी इंटरेस्टिंग है। मैं बहुत एक्साइटेड हाँ अज की वीडियो ਤੁਹਾਡੇ ਨਾਲ शेयर करने ਨੂੰ बिकॉज ਅੱਜ ਅਸੀਂ ਕਰਨ ਜਾ ਰਹੇ ਹਾਂ ਆਇਲਸ ਦਾ ਪੇਪਰ ਲੀਕ। ਯੈਸ ਯੂ ਹਰਡ ਇਟ ਰਾਈਟ। ਅੱਜ ਅਸੀਂ ਤੁਹਾਨੂੰ ਆਇਲਸ ਦੇ ਜਿਹੜੇ ਕੁਐਸਚਨਸ ਨੇ ਚਾਹੇ ਨੋਟ ਗਿਵਨ ਹੈ ਚਾਹੇ ਟਰੂ ਫਾਲਸ ਹੈ ਟਰੂ ਫਾਲਸ ਨੋਟ ਗਿਵਨ ਹੈ ਚਾਹੇ ਫਿਲਿਪਸ ਨੇ ਚਾਹੇ ਲਿਸਟ ਆਫ ਹੈਡਿੰਗਸ ਨੇ ਕਿਸੇ ਵੀ ਟਾਈਪ ਦਾ ਕੁਐਸਚਨ ਹੈ ਬਿਕਾਜ਼ ਮੋਸਟ ਆਫ ਦ ਟਾਈਮਸ ਆਇਲਸ ਦੇ ਵਿੱਚ ਪੈਰਾਫਰੇਜ਼ਿੰਗ ਹੁੰਦੀ ਹੈ ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕੁਐਸਚਨਸ ਆਇਲਸ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਪੈਰਾਫਰੇਜ਼ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਕਿ ਜਿਹੜੇ ਤੁਸੀਂ ਕੁਐਸਚਨ ਦੇਖਨੇ ਆ ਕੁਐਸਚਨ ਦੇ ਵਿੱਚ ਤੁਸੀਂ ਕਿਹੜੇ ਆਨਸਰਸ ਲੱਭਣੇ ਆ ਜਾਂ ਕੁਐਸਚਨ ਪੈਰਾਫਰੇਜ਼ਿੰਗ ਕੀ ਦਿੱਤੀ ਹੋ ਜਾ ਸਕਦੀ ਹੈ। ਸੋ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਐਂਡ ਮੈਨੂੰ ਕਮੈਂਟਸ 'ਚ ਦੱਸੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਚਲੋ ਸ਼ੁਰੂ ਕਰਦੇ ਹਾਂ ਵੀਡੀਓ। ਸੋ ਅੱਜ ਦੀ ਸਾਡੀ ਵੀਡੀਓ ਐਜ਼ ਆਈਵ ਟੋਲਡ ਯੂ ਬਹੁਤ ਹੀ ਇੰਟਰਸਟਿੰਗ ਹੈ ਬਿਕਾਜ਼ ਅਸੀਂ ਆਇਲਸ ਦੇ ਜਿਹੜੇ ਵੀ ਕੁਐਸਚਨਸ ਨੇ ਚਾਹੇ ਉਹ ਟਰੂ ਫਾਲਸ ਹੋਣ ਨੋਟ ਗਿਵਨ ਹੋਣ ਸੋ ਅਸੀਂ ਤੁਹਾਨੂੰ ਸਿਖਾਉਣ ਲੱਗੇ ਹਾਂ ਕਿ ਪੈਰਾਫਰੇਜ਼ਿੰਗ ਬਿਕਾਜ਼ ਆਇਲਸ ਦਾ ਇੱਕ ਸਟਰਕਚਰ ਹੈ ਕਿ ਜਿੰਨੇ ਵੀ ਕੁਐਸਚਨਸ ਹੋਣਗੇ ਉਹ ਜ਼ਿਆਦਾਤਰ ਪੈਰਾਫਰੇਜ਼ਿੰਗ ਕੀਤੀ ਹੋਏਗੀ ਬੱਚੇ ਸਿਨੋਨਿਮਸ ਲੱਭਦੇ ਸੋ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਆ ਵੀ ਕੁਐਸਚਨ 'ਚ ਕੀ ਹੋਏਗਾ ਮਤਲਬ ਜੇ ਕੁਐਸਚਨ ਦੇ ਵਿੱਚ ਇਹ ਚੀਜ਼ ਦਿੱਤੀ ਹੈ ਤੇ ਤੁਸੀਂ ਪੈਸੇਜ 'ਚ ਕੀ ਲੱਭਣਾ ਸੋ ਇਹਦੇ ਨਾਲ ਤੁਹਾਨੂੰ ਇੱਕ ਆਈਡੀਆ ਹੋ ਜਾਏਗਾ ਕਿ ਕੁਐਸਚਨ ਪੜ੍ਹਦੇ ਹੀ ਤੁਸੀਂ ਬਹੁਤ ਈਜ਼ੀਲੀ ਪੈਸੇਜ ਵਿੱਚ ਆਪਣੇ ਆਨਸਰਸ ਲੱਭ ਸਕਦੇ ਹੋ ਐਂਡ ਅਸੀਂ ਪੈਰਾਫਰੇਜ਼ਿੰਗ ਜੋ ਕਿ 99% ਆਇਲਸ ਦੇ ਵਿੱਚ ਯੂਜ਼ ਹੁੰਦੀ ਹੈ ਤੁਸੀਂ ਬਹੁਤ ਈਜ਼ੀਲੀ ਆਪਣੇ ਆਨਸਰਸ ਲੱਭ ਸਕਦੇ ਹੋ ਸੋ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਲੈਟਸ ਸਟਾਰਟ ਸੋ ਕੁਐਸਚਨ ਦੇ ਵਿੱਚ ਹੁਣ ਜੇ ਤੁਹਾਨੂੰ ਕੁਐਸਚਨ 'ਚ ਦਿੱਤਾ ਹੈ crime is on the rise among teenagers right so crime ਦੀ ਜਗ੍ਹਾ ਤੁਹਾਨੂੰ passage ਕੀ ਦਿੱਤਾ ਹੋਏਗਾ offenses offenses means crimes are rising among young people so teenagers means young people are rising among young people so young people ਦਾ ਉਹਨਾਂ ਨੇ synonym ਲਿੱਤਾ ਹੈ teenagers ਦਾ synonym ਲਿੱਤਾ ਹੈ young people and crime ਦੀ ਜਗ੍ਹਾ offenses next such as ਦੀ ਜਗ੍ਹਾ passage 'ਚ ਤੁਹਾਨੂੰ ਮਿਲੇਗਾ in other words then release of fumes triggered warming so release means emit hona right of fumes ho sakte ਧੂਆਂ release of fumes then triggered means ਜਿਹਦੇ ਕਰਕੇ ਹੋਇਆ ਜਿਨੇ ਜਿਸ ਵੀ release of fumes triggered warming ਕਿ fumes ਦੇ release ਨੇ ਫਿਊਮਸ ਜਿਹੜੇ ਧੂਏ ਜਦ ਛੁੱਟਿਆ ਤੇ ਉਹਦੇ ਕਰਕੇ ਸੋ ਟ੍ਰਿਗਰਡ ਮੀਨਸ ਕਾਰਨ ਰਾਈਟ ਵਾਰਮਿੰਗ ਗਲੋਬਲ ਵਾਰਮਿੰਗ ਦੀ ਗੱਲ ਹੋਈ ਹੈ ਸੋ ਦੇਖੋ ਰਿਲੀਜ਼ ਆਫ ਫਿਊਮਸ ਮੀਨਸ ਐਮਿਸ਼ਨ ਦਾ ਮਤਲਬ ਕੀ ਹੁੰਦਾ ਹੈ ਧੂਆਂ ਨਿਕਲਣਾ ਰਿਲੀਜ਼ ਆਫ ਫਿਊਮਸ ਜਿਵੇਂ ਗੱਡੀ ਦੇ ਵਿੱਚੋਂ ਧੂਆਂ ਨਿਕਲਦਾ ਸੋ ਐਮਿਸ਼ਨ ਦਾ ਮਤਲਬ ਇੰਡਸਟਰੀਜ਼ ਦੇ ਫਿਲਟਰ ਦੇ ਵਿੱਚੋਂ ਧੂਆਂ ਨਿਕਲਣਾ ਸੋ ਐਮਿਸ਼ਨਸ ਦਾ ਮਤਲਬ ਹੀ ਹੁੰਦਾ ਉਹ ਜਿਹੜਾ ਧੂਆਂ ਨਿਕਲਦਾ ਸੋ ਉਹਨੂੰ ਅਸੀਂ emissions ਕਹਿੰਦੇ that means release of fumes so ਇਹ ਪੂਰੇ word ਦੇ ਲਈ ਉਹਨਾਂ ਨੇ synonym use ਕੀਤਾ emissions then triggered means cause ਹੁਣ ਦੇਖੋ ਇੱਥੇ caused ਵੀ ਹੋ ਸਕਦਾ tense same ਹੋ ਸਕਦਾ triggered ਦੀ ਜਗ੍ਹਾ caused ਹੋ ਸਕਦਾ ਹੈ then global warming right warming ਦੀ ਜਗ੍ਹਾ ਉਹਨਾਂ ਨੇ global warming use ਕੀਤਾ then distinctive in nature distinctive ਤੁਹਾਨੂੰ question ਆ ਗਿਆ distinctive in nature ਕੋਈ ਕਿਸੇ ਵੀ ਚੀਜ਼ ਦੀ ਗੱਲ ਹੋ ਸਕਦੀ so distinctive ਦਾ ਮਤਲਬ ਹੁੰਦਾ different ਬਿਲਕੁਲ ਵੱਖਰਾ ਇਨ ਨੇਚਰ ਮੀਨਸ ਉਹਨਾਂ ਦੇ ਐਟੀਟਿਊਡ 'ਚ ਉਹਨਾਂ ਦੇ ਸੁਭਾਅ 'ਚ ਉਹਨਾਂ ਦੇ ਹਾਵ ਭਾਵ 'ਚ ਕਿਸੇ ਐਨੀਮਲ ਦੀ ਗੱਲ ਹੋ ਸਕਦੀ ਪਲਾਂਟਸ ਦੀ ਗੱਲ ਹੋ ਸਕਦੀ ਹਿਊਮਨ ਬੀਇੰਗਸ ਦੀ ਗੱਲ ਹੋ ਸਕਦੀ ਕਿਸੇ ਵੀ ਤਰੀਕੇ ਨਾਲ ਬੇਸਿਕਲੀ ਇਹ ਓਵਰ ਦ ਈਅਰਸ ਜਿਹੜੇ ਆਇਲਸ ਦੇ ਕੁਐਸਚਨਸ ਆਏ ਨੇ ਅਸੀਂ ਉਹਨਾਂ ਨੂੰ ਸਟੱਡੀ ਕਰਕੇ ਬਣਾਇਆ ਕਿ ਸਿਨੋਨਿਮਸ ਕਿ ਕਿੱਦਾਂ ਪੈਰਾਫਰੇਜ਼ਿੰਗ ਕੀਤੀ ਹੋ ਸਕਦੀ ਹੈ ਸੋ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਸੋ ਡਿਸਟਿੰਕਟਿਵ ਇਨ ਨੇਚਰ ਡਿਫਰੈਂਟ ਇਨ देयर ਐਟੀਟਿਊਡ ਸੋ ਡਿਸਟਿੰਕਟਿਵ ਦਾ ਮਤਲਬ ਡਿਫਰੈਂਟ in their attitude means nature how about same word use kita then mental disorder right ਹੁਣ mental disorder mental means psychological disorder ਹੁੰਦਾ ਕਿ ਕੋਈ ਚੀਜ਼ order ਚ ਨਹੀਂ ਹੈ ਕੋਈ ਖਰਾਬੀ ਹੈ ਸੋ ਇਹਦੇ ਲਈ ਉਹਨਾਂ ਨੇ use ਕੀਤਾ ਹੋਏਗਾ psychological illness because disorder means something which is not in order ਕੋਈ ਚੀਜ਼ order ਚ ਨਹੀਂ ਹੈ that means illness ਹੈ ਖਰਾਬ ਹੈ illness then psychological mental ਦੀ ਜਗ੍ਹਾ ਉਹਨਾਂ ਨੇ use word ਕੀਤਾ psychological then school and colleges ਜਾਂ schools and colleges ਇਹਦੇ ਲਈ ਹੋ ਸਕਦਾ ਹੈ academic institutions academic ਕਿਉਂ because ਇੱਥੇ ਅਸੀਂ academic ਪੜ੍ਹਾਈ ਕਰਦੇ ਹਾਂ right academies ਅਸੀਂ ਕਹਿੰਦੇ academies ਵੀ ਕਹਿੰਦੇ ਹਾਂ so schools and colleges ਇਹਨਾਂ ਲਈ use ਹੋ ਸਕਦਾ ਹੈ academic institutions or academic institutions both are correct then at school and home
right? At school and at home, ਜਾਂ at school and home, right? ਜੇ question ਦੇ ਵਿੱਚ ਤੁਹਾਨੂੰ ਇਹ question ਦੇ ਵਿੱਚ ਕਿਤੇ ਲਾਈਨ ਦਿੱਤੀ ਹੈ, ਸੋ ਤੁਸੀਂ ਪੈਰਾਫਰੇਜ਼ਿੰਗ ਦੇ ਵਿੱਚ ਪੈਸੇਜ ਕੀ ਲੱਭਣਾ ਹੈ? ਇਨਸਾਈਡ ਐਂਡ ਆਊਟਸਾਈਡ ਦੀ classroom. ਹੁਣ ਤੁਸੀਂ ਦੇਖੋ classroom ਕਿੱਥੇ ਹੁੰਦਾ? Classroom is always in the school. So inside the classroom, that means in the school, yeah, at the school, and home, that means outside. So classroom to ਬਾਹਰ, at home ਦੀ ਗੱਲ ਹੋ ਸਕਦੀ ਹੈ. Then educational impact. Educational impact. Educational means ਪੜ੍ਹਾਈ ਵਾਲਾ, right? So ਪੜ੍ਹਾਈ ਵਾਲਾ means academic. Then impact ਹੁੰਦਾ ਅਸਰ, right? So ਅਸਰ, impact, ਅਸਰ. ਹੁਣ ਇੱਥੇ ਆ ਗਿਆ academic influence. Academic influence on personal life, because ਅਸੀਂ educational impact ਮੰਨ ਲਓ ਗਏਗਾ on individual, right? Individual ਦੀ ਗੱਲ ਹੋਈ ਤਾਂ ਉੱਥੇ ਆ ਗਿਆ on personal life. ਕੱਲਾ educational impact ਹੈ ਤੇ academic influence ਵੀ ਹੋ ਸਕਦਾ. Then early in the series. Early means ਪਹਿਲਾਂ, series, right? ਹੁਣ ਅਸੀਂ ਦੇਖਦੇ ਹਾਂ ਕਿ ਇੱਥੇ ਸਾਡਾ question passage ਚ ਕੀ ਦਿੱਤਾ ਹੋਇਆ, ਜੇ question ਚ ਦਿੱਤਾ early in the series, that means the first season. Early means ਪਹਿਲਾਂ, so first, second, third ਪਹਿਲਾਂ ਅਸੀਂ ਨੂੰ ਕਹਿੰਦੇ ਆ. So the first season of the project. So series ਦਾ ਅਸੀਂ ਗੱਲ ਕਰਤੀ, project ਉਹਦੀ ਜਗ੍ਹਾ use ਹੋ ਸਕਦਾ ਹੈ. His kids click through websites. So ਉਹਦੇ ਜਿਹੜੇ kids ਨੇ, ਉਹਦੇ ਜਿਹੜੇ ਬੱਚੇ ਨੇ, ਉਹ websites ਦੇ through click ਕਰਦੇ ਨੇ, ਕਿਉਂਕਿ ਜਦ ਵੀ ਅਸੀਂ websites ਦੇਖਦੇ ਹਾਂ, online website search ਕਰਦੇ ਹਾਂ ਤਾਂ ਅਸੀਂ click ਕਰਦੇ ਹਾਂ, you know, we click and then we move forward. So ਦੇਖੋ his kids ਦੀ ਜਗ੍ਹਾ ਉਹਨਾਂ ਨੇ use ਕੀਤਾ his children. Then click. Click ਦਾ ਮਤਲਬ ਅਸੀਂ click through means ਅਸੀਂ surf ਕਰ ਰਹੇ ਹਾਂ, net ਦੇਖ ਰਹੇ ਹਾਂ, so ਇਹਨੂੰ ਅਸੀਂ ਕਹਿੰਦੇ ਹਾਂ surfing, right? So surfing karna means net nu dekhna, that means click. So how do we ਅਸੀਂ net ਕਿੱਦਾਂ ਦੇਖਦੇ ਹਾਂ, ਜਾਂ net ਨੂੰ ਕਿੱਦਾਂ search ਕਰਦੇ ਹਾਂ, websites ਨੂੰ ਕਿੱਦਾਂ search ਕਰਦੇ ਹਾਂ? Through clicking. So click through ਉਹਦੀ ਜਗ੍ਹਾ ਆ ਗਿਆ surfing. Then websites ਦੀ ਜਗ੍ਹਾ ਉਹਨਾਂ use ਕੀਤਾ the web. So this is going to be very very helpful, because ਦੇਖੋ ਲੱਭਣਾ ਤਾਂ ਹੈ, but ਅਸੀਂ ਤੁਹਾਨੂੰ ਇਹ ਵੀ ਦੱਸ ਰਹੇ ਹਾਂ ਕਿ ਕੀ ਲੱਭਣਾ, right? So ਇਹ ਬਹੁਤ easy ਹੋ ਜਾਏਗਾ ਤੁਹਾਡੇ ਲਈ ਆਪਣੇ answers ਨੂੰ ਲੱਭਣਾ, because we are telling you ਕਿ ਵੀ ਇਹ ਚੀਜ਼ ਦਾ paraphrasing ਇਹ ਹੋਈ ਹੋਊਗੀ, you go and check out. Then they used civil calendar. They is always used for people, right? So ਲੋਕਾਂ ਦੇ ਲਈ use ਹੁੰਦਾ he, she, they. So they means ਕੁਝ ਲੋਕ, ਔਰ ਇੱਕ ਤੋਂ ਜ਼ਿਆਦਾ plural ਲਈ use ਕਰਦੇ, so ਇੱਥੇ ਉਹਨਾਂ ਨੇ they ਲਈ use ਕੀਤਾ people, right? People means they, ਲੋਕ. Used civil calendar, right? So use जगह follow, because देखो calendar ਨੂੰ ਅਸੀਂ follow करते हैं, right? So use means followed, इतने ने use किया civil जगह use किया municipal, right? And calendar दा calendar ही use किया. Then tropical fruit growing. So tropical fruit growing. Then tropical fruit growing. Tropical means something which is very common. So ਇੱਥੇ ਅਸੀਂ ਲਿਖते common. In fruit growing. ਹੁਣ fruit ਦੇਖੋ ਕਈ ਵਾਰੀ ਕੀ ਹੈ ਕਿ synonym ਕਿੱਦਾਂ ਹੁੰਦਾ ਹੈ ਕਿ ਉਹਨਾਂ ਨੇ replacement ਦਿੱਤੀ ਹੁੰਦੀ ਹੈ. ਦੇਖੋ ਜਿੱਦਾਂ ਇੱਥੇ ਹੈ fruit, ਇੱਥੇ word ਦਿੱਤਾ ਉਹਨਾਂ ਨੇ fruit, but ਇੱਥੇ ਉਹਨਾਂ ਨੇ ਦਿੱਤਾ banana. But what is banana? It's a fruit, right? So tropical fruit growing. Tropical means common. Then fruit, banana. Growing means cultivation. Cultivate करना, किसी चीज ਨੂੰ उगाना. Growing also means उगाना. So same words are it, right? As a result, the animal became ill. So as a result means परिणाम स्वरूप भी ऐदा होया ते ओदा ए मतलब result निकलिया as a result. So as a result ਦੀ ਜਗ੍ਹਾ most of the times ਜਿਹੜਾ synonym use ਹੁੰਦਾ ਹੈ paraphrasing, that is consequently. Consequently also means parinam swarup, same word. The animal became ill. So the animal, ਹੁਣ ਦੇਖੋ animal ਉਹਨਾਂ ਨੇ ਕੀ ਦਿੱਤਾ, the birds. ਹੁਣ birds ਜਿਹੜੇ ਹੈ ਉਹ living beings ਨੇ, animals ਵੀ living beings ਨੇ. Then birds ਜਿਹੜੇ human beings ਨਹੀਂ ਹੈ, ਉਹ animal ਦੀ ਪ੍ਰਜਾਤੀ ਚ ਆਉਂਦੇ, right? ਹੁਣ animals ਦੇ ਵਿੱਚ mammals ਵੀ ਨੇ ਤੇ birds ਵੀ ਨੇ. So birds are under the category of animals. So ਦੇਖ became ill. Ill means ਉਹਨਾਂ ਨੂੰ infection, so were infected. ਹੁਣ infection ਹੋਏਗਾ ਤੇ ਕੀ ਹੋਏਗਾ, ਬਿਮਾਰ ਹੋਏਗਾ, that means ill.
same word. Then developed nations, डेवलप्ड ਇਹ ਬਹੁਤ ਵਾਰੀ ਯੂਜ਼ ਹੁੰਦਾ ਹੈ ਕਿ ਡਿਵੈਲਪਡ ਵਰਡ ਦਾ ਕੀ ਸਿਨੋਨਿਮ ਹੋਏਗਾ, ਕਿੱਦਾਂ ਪੇਪਰ 'ਚ ਯੂਜ਼ ਹੋਇਆ ਹੋਏਗਾ, ਚਾਹੇ ਫਿਲਿਪਸ ਆਵੇ, ਚਾਹੇ ਟਰੂ ਫਾਲਸ ਆਵੇ, ਚਾਹੇ ਲਿਸਟ ਆਫ ਹੈਡਿੰਗਸ ਆਣ। ਸੋ ਬੇਸਿਕਲੀ ਇਦਾਂ ਦੀਆਂ ਚੀਜ਼ਾਂ ਲਿਸਟ ਆਫ ਹੈਡਿੰਗਸ 'ਚ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ। ਦੈਨ ਡਿਵੈਲਪਡ ਨੇਸ਼ਨਸ ਤੁਸੀਂ ਦੇਖੋ, ਇੰਡਸਟਰੀਅਲਾਈਜ਼ਡ ਕੰਟਰੀਜ਼। ਹੁਣ ਇੰਡਸਟਰੀਅਲਾਈਜ਼ਡ ਮੀਨਸ ਵੀ ਜਿੱਥੇ ਬਹੁਤ ਸਾਰੀ ਇੰਡਸਟਰੀਜ਼ ਨੇ, ਸੋ ਜਿੱਥੇ ਬਹੁਤ ਸਾਰੀ ਇੰਡਸਟਰੀਜ਼ ਨੇ ਉੱਥੇ ਪੈਸਾ ਕਮਾਇਆ ਜਾ ਰਿਹਾ ਹੈ, ਡਿਵੈਲਪਮੈਂਟ ਹੋ ਰਹੀ ਹੈ, ਤਕਨੀਕੀ ਵਿਕਾਸ ਹੋ ਰਿਹਾ ਹੈ, ਇਕਨੋਮਿਕ ਵਿਕਾਸ ਹੋ ਰਿਹਾ ਹੈ, ਸੋ ਡਿਵੈਲਪਮੈਂਟ ਹੋ ਰਹੀ ਹੈ, ਸੋ ਦੈਟ ਮੀਨਸ ਡਿਵੈਲਪਡ। ਹੁਣ ਦੇਖੋ ਡਿਵੈਲਪਡ ਹੈ ਤੇ ਇੱਥੇ ਇੰਡਸਟਰੀਅਲਾਈਜ਼ਡ ਪਾਸਟ, then nations ਦੀ ਜਗ੍ਹਾ ਉਹਨਾਂ ਨੇ यूज ਕੀਤਾ countries around the world, right? so ਬਹੁਤ ਵਾਰੀ ਨਾ around the world ਦਾ ਜਿਹੜਾ synonym ਉੱਥੇ यूज ਹੁੰਦਾ word globally, globally ਜਾਂ ਫਿਰ ਉਹਨਾਂ ਨੇ word यूज ਕੀਤਾ ਹੁੰਦਾ around the globe, right? so ਤੁਸੀਂ ਕਿਸੇ ਵੀ ਤਰੀਕੇ ਨਾਲ ਚੈੱਕ ਕਰ ਸਕਦੇ ਹੋ। then a working week of employees, so working week of employees, week means ਹਫਤਾ, पूरा हफ्ता वर्किंग वीक। एम्प्लॉयज मतलब ਜਿਹੜੇ ਲੋਕ ਕੰਮ ਕਰਦੇ ਨੇ, वर्कर्स जॉब्स ਤੇ ਜਾਂਦੇ ਨੇ, राइट? दे आर एम्प्लॉयज। अ वर्किंग, देखो ਇਹਦੇ ਲਈ ਕੀ यूज ਕੀਤਾ, प्रोफेशनल स्केड्यूल of workers। now professional क्यों? because profession means something which is related to their काम means ਕੰਮ ਦਾ ਪੂਰਾ ਉਹਨਾਂ ਨੇ ਹਫਤੇ ਦੀ ਗੱਲ ਕੀਤੀ। professional schedule, now professional schedule means ਕੰਮ ਦਾ ਪੂਰਾ regular routine, कि पूरा रूटीन। सो वर्किंग वीक दैट मीन्स प्रोफेशनल काम दे नाल रिलेटेड स्केड्यूल। ਹੁਣ स्केड्यूल मीन्स कि पूरा दिन की रूटीन कि तुसी पूरा हफ्ता की स्केड्यूल है, अज की है, कल की है, परसों की है। सो वीक मीन्स रिलेटेड टू डेज टाइम, स्केड्यूल मीन्स आल्सो रिलेटेड टू टाइम, दोनों टाइम दे नाल रिलेटेड। ऑफ एम्प्लॉयज इतनी जगह ऑफ वर्कर्स, सो एम्प्लॉयज मीन्स वर्कर्स जो लोग काम करते हैं, वर्कर्स काम करने वाले लोग। देन in general they were illiterate, so in general means ਜੇ ਪੂਰੇ ਤਰੀਕੇ ਨਾਲ ਗੱਲ ਕੀਤੀ ਜਾਵੇ, ਜੇ ਅਸੀਂ ਸਾਰੀ ਚੀਜ਼ ਨੂੰ ਸਮਝ ਕੇ ਗੱਲ ਕਰੀਏ ਤਾਂ they were illiterate ਮਤਲਬ ਅਨਪੜ੍ਹ। ਹੁਣ they means people, ਲੋਕਾਂ ਲਈ ਯੂਜ਼ ਹੋਇਆ क्योंकि लोग ही पढ़े अनपढ़ हो सकते हैं या लोग ही पढ़े लिखे हो सकते। सो बाय एंड लार्ज मीन्स चाहे थोड़े या घट या इन जनरल की गल हो गई, राइट? सो इन जनरल मीन्स बाय एंड लार्ज। देन दे दे लिए यूज हो गया पीपल, राइट? वर्ड इलिटरेट मीन्स अनपढ़, दैट मीन्स अनएजुकेटेड। जिहड़ा बंदा पढ़िया लिखिया नहीं है उन्होंने असीं कहने अनएजुकेटेड, जिहड़ा बंदा पढ़िया लिखिया उहदे लई असीं यूज करदे हां एजुकेटेड, राइट? And basically these things are similar, basically means essentially, right? So these things are similar, then similar means ਇੱਕੋ ਜਿਹੀਆਂ, same। then essentially the tools are homogeneous। ਹੁਣ tools ਜਿਹੜੀਆਂ ਨੇ ਉਹ non living things ਨੇ, so that means ਚੀਜ਼ਾਂ, राइट? सो द टूल्स, कोई औजार या कोई भी चीज टूल्स ने, राइट? या चाहे एप्लीकेशन टूल्स ने, चाहे कंप्यूटर के टूल्स ने, ये नॉन लिविंग थिंग्स ने। सो थिंग्स ਲਈ ਅਸੀਂ यूज करते हैं, राइट? थिंग्स मीन्स टूल्स मीन्स थिंग्स आर homogeneous। homo means something which is same, so same देखो word similar, homogeneous। I hope it's clear, ਤੁਹਾਨੂੰ ਸਮਝ ਲੱਗ ਰਹੀ ਹੈ। and ਇਹ ਜਿਹੜੇ words ਨੇ ਇਹ ਮੈਂ ਤੁਹਾਨੂੰ ਸਾਰੇ ਲਾਈਨਸ ਕਰਾ ਰਹੀ ਹਾਂ, ਹੋ ਸਕਦਾ ਹੈ ਕਿ ਇਦਾਂ ਲਾਈਨਸ ਨਾ ਆਣ, ਕੱਲਾ ਸਾਈਕੋਲੋਜੀਕਲ ਆ ਜਾਵੇ। ਸੋ ਸਾਈਕੋਲੋਜੀਕਲ ਦਾ ਮਤਲਬ ਹੁੰਦਾ ਹੈ ਮੈਂਟਲ, ਰਾਈਟ? ਸੋ ਮੈਂਟਲ ਦੇ ਲਈ ਸਾਈਕੋਲੋਜੀਕਲ। ਡਿਸਟਿੰਕਟਿਵ ਵਰਡ ਆ ਜਾਵੇ, ਡਿਸਟਿੰਕਟਿੰਗ ਦਾ ਮਤਲਬ ਉੱਥੇ ਪੈਰਾਫਰੇਜ਼ਿੰਗ ਹੋਏਗੀ ਡਿਫਰੈਂਟ। ਇੰਪੈਕਟ ਆ ਜਾਵੇ, ਇੰਪੈਕਟ ਦਾ ਸਿਨੋਨਿਮ ਹੋ ਸਕਦਾ ਇਨਫਲੂਐਂਸ। ਸੋ ਜ਼ਰੂਰੀ ਨਹੀਂ, ਬਟ ਮੋਸਟ ਆਫ ਦ ਟਾਈਮਸ ਓਵਰ ਦ ਈਅਰਸ ਅਸੀਂ ਸਟੱਡੀ ਕੀਤੀ ਹੈ ਵੀ ਇਹ ਜਿਹੜੇ ਵਰਡਸ ਨੇ ਇਦਾਂ ਦੇ ਹੀ ਵਰਡਸ ਜਿਹੜੇ ਉਹ ਤੁਹਾਨੂੰ ਪੇਪਰ 'ਚ ਪੈਰਾਫਰੇਜ਼ ਹੋ ਕੇ ਆਉਂਦੇ ਨੇ। then डील विद कॉर्पोरेट पॉलिटिक्स। डील मीन्स मैनेज करना, किसी चीज दे नाल तुसी उस चीज नू सहना, उस चीज नू तुसी मैनेज करना कि वो चीज किदां दी है, उस प्रॉब्लम दे नाल तुसी कह लो भी डील कर रहे हो, उस प्रॉब्लम दे नाल तुसी
मैनेज कर रहे हो, तुसी एडजस्ट करने की कोशिश कर रहे हो। कॉर्पोरेट पॉलिटिक्स, सो कॉर्पोरेट बेसिकली पॉलिटिक्स हमेशा ऐसी पॉलिटिक्स भी जिदे जिच स्ट्रेस होवे पॉलिटिक्स। कॉर्पोरेट मीन समथिंग रिलेटेड टू बिजनेस, ਕਿ ਤੁਸੀਂ ਬਿਜ਼ਨਸ ਦੇ ਨਾਲ ਰਿਲੇਟਡ ਕੋਈ ਤੁਹਾਡੀ ਜਾਂ ਜੌਬ ਦੇ ਨਾਲ ਰਿਲੇਟਡ ਹੈ, ਤੁਸੀਂ ਕਾਰਪੋਰੇਟ, ਸੋ ਡੀਲ ਵਿਦ ਕਾਰਪੋਰੇਟ ਪੋਲਿਟਿਕਸ। ਇਹਦਾ ਕੀ ਪੈਰਾਫਰੇਜ਼ਿੰਗ ਹੋਏਗੀ? ਕੋਪ ਵਿਦ ਸਟ੍ਰੈਸਫੁਲ ਸਿਚੁਏਸ਼ਨਸ। ਹੁਣ ਦੇਖੋ ਪੋਲਿਟਿਕਸ ਜਦ ਵੀ ਘਰ ਦੇ ਵਿੱਚ ਪੋਲਿਟਿਕਸ ਹੁੰਦੀ ਹੈ ਜਾਂ ਕਿਸੇ ਵੀ ਚੀਜ਼ 'ਚ ਪੋਲਿਟਿਕਸ ਹੁੰਦੀ, ਸਟ੍ਰੈਸ ਹੋ ਜਾਂਦਾ। ਸੋ ਕੋਪ ਮੀਨਸ ਡੀਲ ਕਰਨਾ, ਮੈਨੇਜ ਕਰਨਾ ਵਿਦ ਸਟ੍ਰੈਸਫੁਲ ਸਿਚੁਏਸ਼ਨਸ, ਕਿਉਂਕਿ ਪੋਲਿਟਿਕਸ ਹੈ, ਸਟ੍ਰੈਸ ਹੈ, ਤਾਂ ਸਟ੍ਰੈਸਫੁਲ ਸਿਚੁਏਸ਼ਨਸ ਦੇ ਨਾਲ ਮੈਨੇਜ ਕਰਨਾ। ਦੈਨ the development means किसी चीज का ਵਧਣਾ, ਉਹਦੀ ਚੀਜ਼ ਦੀ ਵਧਣਾ ਫੁੱਲਣਾ, ਜਾਂ ਕੋਈ ਚੀਜ਼ ਦਾ ਵਿਕਾਸ ਹੋਣਾ, ਰਾਈਟ। ਸੋ ਕਿਸੇ ਚੀਜ਼ ਦੀ ਗਰੋਥ ਹੋਣੀ, ਕਿਸੇ ਚੀਜ਼ ਦਾ ਵੱਡਾ ਹੋਣਾ, ਡਿਵੈਲਪਮੈਂਟ ਹੋਣੀ। ਜਿੱਦਾਂ ਸਾਡਾ ਇੰਡੀਆ ਡਿਵੈਲਪ ਹੋ ਰਿਹਾ, ਸੋ ਦੈਟ ਮੀਨਸ ਕਿ ਸੜਕਾਂ ਵੱਡੀਆਂ ਹੋ ਰਹੀਆਂ ਨੇ, ਇੰਡਸਟਰੀਜ਼ ਗਰੋ ਕਰ ਰਹੀਆਂ ਨੇ, ਸੋ ਡਿਵੈਲਪਮੈਂਟ ਦਾ। then that means the growth and expansion of growth also means grow करना, ਵੱਡਾ ਹੋਣਾ, expand करना, expansion of, right। then lack of job opportunities, job means ਕੰਮ ਦੀ ਕਮੀ, opportunities, so job ਦੀ opportunities मतलब ਜਿਹੜੀਆਂ jobs ਨੇ ਉਹਦੀ ਕਮੀ, lack means ਕਮੀ, right। so job ਦੀ opportunities ਦੀ ਕਮੀ ਹੈ, jobs ਦੀ ਕਮੀ, right। ਇਹਦਾ मतलब unemployment problems, so unemployment means कि जद lack of jobs, की jobs जद ना होंगे, that means फिर की है, लोग अनएम्प्लॉयड होंगे। अनएम्प्लॉयमेंट का मतलब अनएम्प्लॉयमेंट क्यों होंगी है, बेरोजगारी क्यों होती है? जब लोगों को काम नहीं है, लोगों को नौकरियां नहीं है, दैट मीन्स लैक ऑफ जॉब अपॉर्चुनिटीज। देन अकॉर्डिंग टू कॉमन बिलीफ मीन्स, कॉमन मीन्स लोगों के लिए, लोग कॉमन, कॉमन इज यूज फॉर कि लोगों की बिलीफ मीन्स उन्होंने नजरिया या उन्होंने सोच। अकॉर्डिंग मीन्स उन्होंने अकॉर्डिंग, राइट। कि जे असी लोगों के कॉमन बिलीफ, कि असी लोगों के बिलीफ के बारे जे असी गल करिए, सो उहदे आधार ते अकॉर्डिंग टू। then from the perspective of people, perspective means नजरिया, that means कि वो सोचते ने, उन्हों दी सोच, उन्हों दा thought। belief also means perspective, okay। so common कादा, because common means लोगों दा। then from according to, right। then on the contrary means ਇਹਦੇ ਵਿਰੁੱਧ, ਇਹਦੇ opposite ਦੀ ਗੱਲ, contrast ਦੀ ਗੱਲ ਹੋਈ। so on the contrary means opposite, then that means on the other hand, other hand means ਜੇ ਦੂਜੇ ਪਾਸੇ ਗੱਲ ਕਰੀਏ, opposite ਦੀ ਗੱਲ ਹੁੰਦੀ ਹੈ। then complex and intricate method, complex means बहुत ही मुश्किल, intricate अलग अलग, राइट। सो कॉम्पलैक्स ਅਸੀਂ मुश्किल भी कह सकते हैं, डिफरेंट भी कह सकते हैं। इंट्रीगेट also means different method means तरीका, that means the procedure consist what of many different parts means method ਦੇ ਵਿੱਚ steps, right। then different means complex या intricate भी कह सकते हैं। सो कॉम्पलैक्सली ਅਸੀਂ मैनी भी कह सकते हैं, डिफरेंट इंट्रीगेट, राइट। इंट्रीगेट मीन्स मुश्किल। ऑन द होल मीन्स ये पूरे तरीके नाल, राइट। ऑन द होल, सो पूरे या सारा दा सारा, इदा द ओवरऑल कंसेप्ट, ओवरऑल also means the whole। the leader seems quite dogmatic, so dogmatic means ਜਿਹੜਾ ਬੰਦਾ रूल्स या रेगुलेशंस ਨੂੰ बहुत फॉलो करता है, राइट, या किसी भी तरीके के रूल्स एंड रेगुलेशंस फॉलो करे। सो द लीडर सीम्स क्वाइट डॉगमैटिक, ही फॉलोड अ सेट ऑफ रूल्स नो मैटर व्हाट। सो जिदा कहने कि ਆਪਾਂ ਕਹਿੰਦੇ ਕਿ ਜਿੱਦਾਂ ਕਈਆਂ ਦੇ ਕੋਈ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ, ਕੋਈ ਸਿਧਾਂਤ ਹੁੰਦੇ ਆ, ਲੋਕੀ ਉਸ ਚੀਜ਼ ਨੂੰ ਫੋਲੋ ਕਰਦੇ ਹੀ ਕਰਦੇ ਜੋ ਮਰਜ਼ੀ ਹੋ ਜਾਵੇ। ਸੋ ਡੌਗਮੈਟਿਕ ਦਾ ਮਤਲਬ ਉਹੀ ਹੈ। ਸੋ ਦੇਖੋ ਆ ਗਿਆ ਹੀ ਫॉलोड, ही मीन्स लीडर, क्योंकि बंदा ही है कोई, राइट। द लीडर है, सिंगुलर है, तो ही फॉलोड अ सेट ऑफ रूल्स नो मैटर व्हाट, कि जो मर्जी हो जाए उन्हें वो रूल्स फॉलो कीते फॉलोड कीते, राइट, फॉलो कीते। अबाउट 1900, सो ये जिहड़ी चीज़ है ना, ये बड़ी कॉमन है, बिकॉज हमेशा इदा हुंदा कि क्वेश्चन दे विच या पैसेज विच दित्ता अबाउट 1900, ते
क्वेश्चन ਦੇ ਵਿੱਚ ਹੁੰਦਾ ਜਿੱਦਾਂ अब फॉर एग्जाम्पल क्वेश्चन ये है कि विलियम शेक्सपियर wrote Romeo and Juliet about 1900 years ago, right? क्वेश्चन आ गया ट्रू और फॉल्स ला लो या कुछ भी, सो या फिल इन द ब्लैंक्स ला लो. विलियम शेक्सपियर has written dash in early years of 20th century. So देखो about 1900 years ago, so in early years of, so ਇੱਥੇ ਹਮੇਸ਼ਾ most of the times change ਹੋके ਹੀ ਆਏਗਾ paraphrase. So about 1900 ਦੀ ਜਗ੍ਹਾ ਉਹਨਾਂ ਨੇ ਕੀ ਕੀਤਾ, early years of 20th century. So 20ਵੀਂ ਸਦੀ ਜਿਹੜੀ 20th century ਹੈ, ਅਸੀਂ ਇਹਨੂੰ 20th century ਕਿਉਂ ਕਹਿੰਦੇ ਆ, ਕਿਉਂਕਿ ਦੇਖੋ 1901 ਤੋਂ ਲੈ ਕੇ 2000 तक जाना उन सेंचुरी होंगी 100, सो 20th century, राइट, 20th century. और अर्ली ईयर्स क्यों, बिकॉज 1900 दी गल हो रही है, 1900 दी गल हो रही है, सो इस करके 20th century, अर्ली ईयर्स ऑफ 20th century. देन वन फैमिली मेंबर, एक फैमिली मेंबर, दैट मीनस किसी एक बंदे की गल. सो वन फैमिली मैंबर, यूजली जो फैमिली मैंबर्स होंगे साढ़े बहुत क्लोज होंगे, साढ़े बहुत जिगरी होंगे है. सो इतने हिज क्लोजेस्ट फ्रेंड एंड एसोसिएट. सो क्लोजेस्ट फ्रेंड दैट मीनस जो कोई फ्रेंड हु इज वेरी क्लोज, ही इज लाइक अ फैमिली मैंबर. सो फैमिली मैंबर की जगह उन्होंने क्लोजेस्ट फ्रेंड. हिज क्योंकि बंदे का कोई करीबी होगा. देन लेगिटिमेट टू मेक मनी. लेगिटिमेट मीनस कि कि ਉਹਨੂੰ ਪੂਰਾ ਹੱਕ ਹੈ ਜਾਂ ਲਾਅ ਦੇ ਤਰੀਕੇ ਨਾਲ ਉਹ ਬਿਲਕੁਲ ਪੈਸੇ ਬਣਾ ਸਕਦਾ ਹੈ. ਲੈਗਿਟਿਮੇਟ ਮੀਨਸ ਕਿ ਇਹ ਗਲਤ ਨਹੀਂ ਹੈ ਪੈਸੇ ਬਣਾਉਣਾ. ਸੋ ਉਹਨੂੰ ਪੂਰਾ ਹੱਕ ਹੈ ਜਾਂ ਕਾਨੂੰਨਨ ਹੀ ਇਜ਼ ਕੰਪਲੀਟਲੀ ਰਾਈਟ ਟੂ ਮੇਕ ਮਨੀ, ਉਹ ਬਿਲਕੁਲ ਸਹੀ ਹੈ ਐਜ਼ ਪਰ ਲਾਅ, ਰਾਈਟ. ਸੋ दैट मीन्स हैव एवरी राइट. एवरी राइट मीन्स समथिंग जो बिल्कुल सही है, लीगली बिल्कुल सही है. लेगिटिमेट. To make money means to make profit. Profit means paisa. Then stand still economy. Stand still means ऐसी चीज जेड़ी खड़ी एक चीज जगह ते ग्रो नहीं कर रही या चल नहीं रही. इकोनॉमी का मतलब होता है something which is related to money, finance, right? So stand still means something जो स्थिर है, जो वध घट नहीं रही. सो इत्थे लिखा है फाइनेंशियल एक्टिविटी हैज स्टॉप्ड. सो फाइनेंशियल एक्टिविटी दैट मीन्स इकोनॉमी हैज स्टॉप्ड. स्टॉप मीन्स रुक गई है, ग्रो नहीं कर रही. सो रुकन का मतलब की है स्टैंड स्टिल. लास्ट देखो, डेटरेंस फ्रॉम द वायरस. डेटरेंस मीन्स बचाओ. वायरस, वायरस मीन्स कोई भी बीमारी जी होंगी है सानू वायरस तो होंगी है, सानू इन्फेक्शन तो होंगी है, वायरल इन्फेक्शन होंगी. सो वायरस आप कहने हैं. वायरस मीनस एक ऐसा जंतु जो तुहाडी बॉडी च जाके तुहानू बीमारी ला दिंदा है. सो डेटरेंस मीनस प्रिवेंशन या बचाव फ्रॉम द वायरस. दैट मीनस डेटरेंस की जगह उन्हें ले लिया प्रिवेंशन, बचाव किहदा, फ्रॉम द वायरस, फ्रॉम द डिसीज, बिकॉज वायरस के नाल ही सानू डिसीज होंदी है. आई होप इट्स क्लियर टू यू ऑल. सो थैंक यू फॉर वॉचिंग. आई होप तुहानू वीडियो बहुत पसंद आई होगी. डू लाइक, शेयर एंड सबसक्राइब अवर चैनल, बिकॉज असी आने वाले टाइम बहुत सारी इंटरस्टिंग वीडियोज़ तुहाडे लई लैके आवांगे. स्पैशली राइटिंग टास्क 2, रीडिंग, लिसनिंग, हर मॉड्यूल में कवर करांगे. बेसिक इंग्लिश कोर्स भी तुहाडे नाल लैके आवांगे. थैंक यू फॉर ऑल योर लव एंड डू टेल मी इन द कमेंट सैक्शन कि तुहानू वीडियो किदां दी लगी. मिलते हैं जल्दी एक नवी वीडियो दे नाल.